ਸਾਰੇ ਸਿੱਖ ਹੈਰਾਨ ਹੋ ਗਏ। ਕਈਆਂ ਨੂੰ ਇਹ ਵੀ ਭੁਲੇਖਾ ਲੱਗਿਆ ਵੀ ਗੁਰੂ ਮਹਾਰਾਜ ਤੇ ਮਸਤਾਨੇ ਹੋ ਗਏ ਨੇ, ਪਾਗਲ ਹੋ ਗਏ ਨੇ। ਤੇ ਬਹੁਤੇ ਲੋਕ ਕਹਿਣ ਲੱਗੇ ਹੁਣ ਆਪਾਂ ਗੁਰੂ ਕੋਲੋਂ ਕੀ ਲੈਣਾ, ਚਲੋ ਆਪਣੇ ਘਰਾਂ ਨੂੰ ਚੱਲਦੇ ਹਾਂ। ਕੁੱਟ ਤੋਂ ਡਰਦੇ ਮਾਰੇ ਬਹੁਤੇ ਸਿੱਖ ਘਰਾਂ ਨੂੰ ਦੌੜ ਗਏ। ਪਰ ਉਹਨਾਂ ਨੂੰ ਕੀ ਪਤਾ ਸੀ ਆ ਭੁੱਲ ਗੁਰੂ ਕਰਤਾਰ ਕੀ ਇਹ ਕੌਤਕ ਵਰਤਾਰੇ ਨੇ। ਜਿਹੜੇ ਬਾਕੀ ਬਚ ਗਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਨਾਲ ਲਿਆ। ਕਹਿਣ ਲੱਗੇ ਦੱਸੋ ਭਾਈ ਤੁਹਾਨੂੰ ਕੀ ਚਾਹੀਦਾ। ਕਈ ਗ੍ਰਸਤੀ ਸਨ, ਲੋੜਵੰਦ ਸਨ। ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਮਾਇਆ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਬੜੇ ਮਾਇਆ ਦੇ ਅੰਬਾਰ ਦਿਖਾਏ। ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ ਪਏ ਨੇ। ਸਿੱਖਾਂ ਨੇ ਪੰਡਾਂ ਬੰਨ੍ਹ ਲਈਆਂ ਤੇ ਚੱਕ ਕੇ ਘਰਾਂ ਨੂੰ ਤੁਰ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਪਰਖ ਕਰ ਰਹੇ ਸਨ। ਹੁਣ ਜਦੋਂ ਬਾਕੀ ਸਿੱਖ ਗਿਣਤੀ ਦੇ ਵਿੱਚ ਕੇਵਲ 5 ਰਹਿ ਗਏ, ਲੱਖਾਂ ਵਿੱਚੋਂ 5 ਰਹਿ ਗਏ। ਜਦੋਂ 5 ਰਹਿ ਗਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ 5 ਨੂੰ ਲੈ ਕੇ ਹੋਰ ਘਣੇ ਜੰਗਲ ਵਿੱਚ ਚਲੇ ਗਏ। ਉਹਨਾਂ ਨੂੰ ਪੁੱਛਣ ਲੱਗੇ ਭਾਈ ਤੁਸੀਂ ਦੱਸੋ ਕਿਵੇਂ ਸਾਡੇ ਪਿੱਛੇ ਪਿੱਛੇ ਆ ਰਹੇ ਹੋ। ਉਹ ਸਾਰੇ ਬ੍ਰਹਮ ਗਿਆਨੀ ਸਨ, ਗੁਰੂ ਨਾਨਕ ਦੇ ਆਨੰਦ ਸਿੱਖ ਸਨ। ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਅਸਾਂ ਤੇ ਪ੍ਰਣ ਕੀਤਾ ਤੁਹਾਨੂੰ ਛੱਡ ਕੇ ਕਿਧਰੇ ਜਾਣਾ ਹੀ ਨਹੀਂ, ਇਸ ਲਈ ਅਸੀਂ ਤੇ ਤੁਹਾਡੇ ਨਾਲ ਹੀ ਰਹਿਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਸੋਚਿਆ ਵੀ ਕਿਤੇ ਇਹਨਾਂ ਦੇ ਮਨ ਦੇ ਵਿੱਚ ਕੋਈ ਮਨ ਵਿੱਚ ਵੀ ਕੋਈ ਭੁਲੇਖਾ ਨਾ ਰਹਿ ਜਾਵੇ। ਸਤਿਗੁਰੂ ਕਹਿਣ ਲੱਗੇ ਅੱਛਾ ਜੇ ਤੁਸੀਂ ਸਾਡੇ ਨਾਲ ਰਹਿਣਾ ਤੇ ਤੁਹਾਨੂੰ ਸਾਡਾ ਬਚਨ ਮੰਨਣਾ ਪਵੇਗਾ। ਇਹ ਉਹ ਸਿੱਖ ਸਨ ਜਿਹੜੇ ਤਸ਼ੱਦਦ ਤੋਂ ਨਹੀਂ ਡਰੇ ਤੇ ਨਾ ਹੀ ਲਾਲਚ ਵਿੱਚ ਫਸੇ। ਕਿਉਂਕਿ ਆਮ ਤੇ 2 ਗੱਲਾਂ ਹੀ ਸਾਰਿਆਂ ਨੂੰ ਭਰਮਾ ਦਿੰਦੀਆਂ ਨੇ। ਜਾਂ ਤੇ ਆਦਮੀ ਕੁੱਟ ਤੋਂ ਡਰਦਾ ਮਾਰਾ ਸਿੱਖੀ ਵੱਲੋਂ ਮੂੰਹ ਮੋੜ ਜਾਂਦਾ, ਜਾਂ ਮਾਇਆ ਦੇ ਲਾਲਚ ਵਿੱਚ ਆ ਕੇ ਸਭ ਕੁਝ ਛੱਡ ਜਾਂਦਾ। ਪਰ ਇਹ ਉਹ ਸਿੱਖ ਸਨ ਜਿਨ੍ਹਾਂ ਤੇ ਨਾ ਮਾਇਆ ਦਾ ਤੇ ਨਾ ਕਿਸੇ ਹੋਰ ਡਰ ਪੈਦਾ ਅਸਰ ਹੋਇਆ। ਕਿਉਂਕਿ ਬ੍ਰਹਮ ਗਿਆਨੀ ਸਨ, ਨਾਮ ਦੇ ਰੰਗ ਵਿੱਚ ਰੰਗੇ ਹੋਏ ਸਨ। ਤੇ ਗੁਰੂ ਮਹਾਰਾਜ ਨੇ ਫਿਰ ਉਹਨਾਂ ਦੀ ਵੀ ਪਰਖ ਕਰ ਲਈ। ਕਿਉਂਕਿ ਜਾਨਸ਼ੀਨ ਤਾਂ ਇੱਕ ਹੀ ਥਾਪਣਾ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ ਭਾਈ ਤੁਹਾਨੂੰ ਸਾਡਾ ਬਚਨ ਮੰਨਣਾ ਪਵੇਗਾ, ਮੰਨੇ ਕੀ ਗਤ ਕਹੀ ਨਾ ਜਾਏ। ਕਹਿੰਦੇ ਮਹਾਰਾਜ ਅੱਗੇ ਵੀ ਮੰਨਦੇ ਆਏ ਹਾਂ, ਹੁਣ ਵੀ ਮੰਨਾਂਗੇ। ਸਤਿਗੁਰੂ ਕਹਿਣ ਲੱਗੇ ਚਲੋ ਆਓ ਫਿਰ ਸਾਡੇ ਨਾਲ। ਅੱਗੇ ਚਲੇ ਗਏ। ਕੀ ਵੇਖਦੇ ਨੇ ਇੱਕ ਮੁਰਦਾ ਪਿਆ ਹੈ, ਉਹਦੇ ਉੱਤੇ ਐਨ ਚਿੱਟੀ ਚਾਦਰ ਕਫਨ ਪਾਇਆ ਹੋਇਆ ਹੈ। ਉਹਦੇ ਨੇੜੇ ਲੱਕੜਾਂ ਦਾ ਢੇਰ ਵੀ ਹੈ। ਹੋਰ ਸਾਰੀ ਮ੍ਰਿਤਕ ਵਾਲੀ ਸਮੱਗਰੀ ਵੀ ਰੱਖੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ 5 ਸਿੱਖਾਂ ਨੂੰ ਉੱਥੇ ਲੈ ਕੇ ਚਲੇ ਗਏ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ 5 ਨੂੰ ਆਪਣੇ ਕੋਲ ਬੁਲਾਇਆ। ਕਹਿਣ ਲੱਗੇ ਜੇ ਤੁਸੀਂ ਸਾਡੇ ਨਾਲ ਰਹਿਣਾ ਤੇ ਤੁਹਾਨੂੰ ਸਾਡਾ ਬਚਨ ਮੰਨਣਾ ਪਵੇਗਾ। ਮਹਾਰਾਜ ਦੱਸੋ ਕੀ ਹੁਕਮ ਹੈ। ਸਤਿਗੁਰੂ ਮੁਰਦੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਆਓ ਮੁਰਦਾ ਖਾਣਾ ਪਏਗਾ। ਜਦੋਂ ਇਹ ਬਚਨ ਸਤਿਗੁਰੂ ਦੇ ਮੂੰਹੋਂ ਸੁਣਿਆ ਉਹਨਾਂ ਦੇ ਮਨ ਵੀ ਡੋਲ ਗਏ। ਉਹ ਵੀ ਸੰਦੇਹ ਵਿੱਚ ਪੈ ਗਏ। ਹੈ ਮੁਰਦਾ ਖਾਣਾ, ਇਹ ਕਿਵੇਂ ਹੋ ਸਕਦਾ ਹੈ? ਗੁਰੂ ਦੇ ਸਿੱਖ ਕਿਵੇਂ ਮੁਰਦਾ ਖਾ ਸਕਦੇ ਨੇ? ਇਹ ਕੀ ਗੁਰੂ ਦੀ ਮੌਜ ਹੈ, ਕੀ ਗੁਰੂ ਦੀ ਰਜ਼ਾ ਹੈ? ਸਮਝ ਵਿੱਚ ਕੁਝ ਨਹੀਂ ਆ ਰਿਹਾ। ਬਾਬਾ ਬੁੱਢਾ ਸਾਹਿਬ ਜੀ ਨੇ ਇਹ ਵੀ ਆਖਿਆ ਕਿ ਅਸਾਂ ਕੋਈ ਬਹਾਨਾ ਬਣਾ ਕੇ ਲਘੂ ਸ਼ੰਕਾ ਦਾ ਝਾੜੀਆਂ ਓਲੇ ਜਾ ਕੇ ਲੁਕ ਗਏ ਵੀ ਮੁਰਦਾ ਕਿਵੇਂ ਖਾਵਾਂਗੇ। ਬੜੀ ਔਖੀ ਗੱਲ ਸੀ, ਬੜੀ ਕਠਿਨ ਪਰਖ ਸੀ। ਇੱਕ ਪਾਈ ਲੈਣਾ ਹੀ ਸਾਬਤ ਰਿਹਾ। ਤੇ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਈ ਲੈਣੇ ਨੂੰ ਆਖਿਆ ਪਾਈ ਲੈਣਿਆ ਤੂੰ ਕੀ ਖੜਾ ਵੇਖਦਾ, ਜਿੱਥੇ ਦੂਜੇ ਗਏ ਨੇ ਤੂੰ ਵੀ ਜਾ। ਕਹਿੰਦਾ ਨਹੀਂ ਮਹਾਰਾਜ ਮੈਂ ਨਹੀਂ ਜਾ ਸਕਦਾ। ਜੇ ਨਹੀਂ ਜਾਣਾ ਤੇ ਫਿਰ ਮੁਰਦਾ ਖਾ। 7 ਬਚਨ ਜੀ। ਜਦੋਂ ਜਾ ਕੇ ਮੁਰਦੇ ਉਤੋਂ ਕਪੜਾ ਉਤਾਰਿਆ
ਤਾਂ ਉਸ ਵੇਲੇ ਕੀ ਡਿੱਠਾ, ਇਹ ਗੁਰੂ ਦਾ ਅਚਰਜ ਕੌਤਕ ਸੀ। ਔਰ ਉਹ 3 ਮੀਲ ਦਾ ਕੜਾਹ ਪ੍ਰਸ਼ਾਦ ਸੀ। ਪ੍ਰਸ਼ਾਦ ਦਾ ਅਰਥ ਹੈ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼। ਜਦੋਂ ਭਾਈ ਲਹਿਣੇ ਨੇ ਮੁਰਦਾ ਖਾਣਾ ਪ੍ਰਵਾਨ ਕੀਤਾ ਤੇ ਉਸ ਨੂੰ ਗੁਰੂ ਦੀ ਪ੍ਰਸ਼ਾਦ ਬਖਸ਼ਿਸ਼ ਰਹਿਮਤ ਦਾ ਪ੍ਰਸ਼ਾਦ ਮਿਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਆਪਣੇ ਸੀਨੇ ਦੇ ਨਾਲ ਲਾਇਆ। ਕਹਿਣ ਲੱਗੇ, ਮੰਗ ਜੋ ਮੰਗਣਾ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ ਕੋਈ ਮੰਗ ਨਹੀਂ, ਬਸ ਇੱਕੋ ਹੀ ਬੇਨਤੀ ਹੈ, ਮੈਂ ਤੁਹਾਡੇ ਬਿਨਾਂ ਰਹਿ ਨਹੀਂ ਸਕਦਾ, ਮੈਨੂੰ ਆਪਣੇ ਪਾਸ ਹੀ ਰੱਖੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲਹਿਣਿਆ ਜੇ ਇਹ ਗੱਲ ਹੈ ਤੇ ਫਿਰ ਮੈਂ ਵੀ ਤੇਰੇ ਬਿਨਾਂ ਨਹੀਂ ਰਹਿ ਸਕਦਾ। ਫਿਰ ਕੀ ਹੋਇਆ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਗੁਰਤਾ ਗੱਦੀ ਭਾਈ ਲਹਿਣੇ ਨੂੰ ਬਖਸ਼ਿਸ਼ ਕਰ ਦਿੱਤੀ ਤੇ ਨਾਲ ਗੁਰਸਿੱਖ ਸੰਗਤਾਂ ਨੂੰ ਹੁਕਮ ਕਰ ਦਿੱਤਾ, ਬਾਬਾ ਮੜੀ ਮੇਂ ਨਾ ਗੌਰ ਮੇਂ, ਬਾਬਾ ਗੁਰੂ ਅੰਗਦ ਕੇ ਹੀਏ ਮੇਂ। ਜੇ ਕਿਸੇ ਨੇ ਬਾਬੇ ਦੇ ਦਰਸ਼ਨ ਕਰਨੇ ਹੋਣ ਤੇ ਭਾਈ ਲਹਿਣੇ ਦੇ ਕਰੋ, ਗੁਰੂ ਅੰਗਦ ਦੇ ਕਰੋ। ਇਹ ਕਿੰਨੀ ਇਕੱਠ ਕਥਾ ਹੈ, ਮੰਨੇ ਕੀ ਗਤ ਕਹੀ ਨਾ ਜਾਏ। ਇਉਂ ਭਾਈ ਜਿਹੜਾ ਗੁਰੂ ਦਾ ਹੁਕਮ ਮੰਨ ਲਵੇ ਉਹਨੂੰ ਇੰਨੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਕਹੀ ਨਾ ਜਾਏ। ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਗੱਲ ਕਹਿਣ ਸੁਣ ਤੋਂ ਬਾਹਰ ਹੋ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜੇ ਪੂਰਨ ਹੁਕਮ ਨਹੀਂ ਮੰਨਿਆ ਜਾ ਸਕਦਾ ਤੇ ਜਿੰਨਾ ਮੰਨ ਸਕਦੇ ਆ ਉਹਨਾਂ ਤੇ ਮੰਨਣਾ ਚਾਹੀਦਾ ਨਾ। ਇਸ ਲਈ ਸਤਿਗੁਰੂ ਕਹਿੰਦੇ ਨੇ, ਜਿਹੜਾ ਪੂਰਨ ਹੁਕਮ ਮੰਨ ਲਵੇ ਵੀ ਉਹਦੀ ਤੇ ਅਵਸਥਾ, ਉਹਦੀ ਤੇ ਮਹਿਮਾ ਕਥਨ ਤੋਂ ਬਾਹਰ ਹੈ, ਕੋਈ ਉਸ ਨੂੰ ਬਿਆਨ ਨਹੀਂ ਕਰ ਸਕਦਾ। ਹਾਂ ਭਾਈ, ਜਿੰਨਾ ਜਿੰਨਾ ਕੋਈ ਮੰਨਦਾ ਤੇ ਓਨਾ ਹੀ ਉਹ ਗੁਰੂ ਦੇ ਨੇੜੇ ਹੁੰਦਾ ਤੇ ਗੁਰੂ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ। ਜੇ ਕੋ ਕਹੈ ਪਿਛੈ ਪਛਤਾਏ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਦਾ ਹੁਕਮ ਮੰਨ ਲਵੇ ਤੇ ਗੁਰੂ ਉਪਦੇਸ਼ ਦੀ ਕਮਾਈ ਕਰ ਲਵੇ ਤੇ ਫਿਰ ਉਹ ਤੇ ਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਗੁਰੂ ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ, ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਵਿਦਵਾਨ, ਕੋਈ ਇਤਿਹਾਸਕਾਰ ਕੋਈ ਇਹ ਗੱਲ ਆਖੇ ਕਿ ਮੈਂ ਗੁਰੂ ਦਾ ਹੁਕਮ ਮੰਨਣ ਵਾਲੇ ਦੀ ਮਹਿਮਾ ਬਿਆਨ ਕਰ ਸਕਦਾ ਹਾਂ, ਹਜ਼ੂਰ ਕਹਿੰਦੇ ਪਿਛੈ ਪਛਤਾਏ, ਉਹਨੂੰ ਪਿੱਛੋਂ ਪਛਤਾਉਣਾ ਹੀ ਪਵੇਗਾ। ਗੁਰੂ ਦਾ ਹੁਕਮ ਮੰਨਣ ਵਾਲੇ ਗੁਰਸਿੱਖਾਂ ਦੀ ਮਹਿਮਾ ਅਕਥ ਹੈ। ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਨੋ। ਉਹਨਾਂ ਦੀ ਮਹਿਮਾ ਕਥਨ ਨਹੀਂ ਹੋ ਸਕਦੀ। ਜੇ ਕੋਈ ਕਹਿਣ ਦਾ ਯਤਨ ਵੀ ਕਰੇ ਤੇ ਫਿਰ ਉਹਨੂੰ ਪਿੱਛੋਂ ਪਛਤਾਉਣਾ ਹੀ ਪੈਂਦਾ ਹੈ, ਕਿਉਂਕਿ ਉਹਨਾਂ ਦੀ ਮਹਿਮਾ ਵੀ ਕਥਨ ਤੋਂ ਬਾਹਰ ਹੋ ਜਾਂਦੀ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਹਰ ਜਨ ਦੋਈ ਏਕ ਹੈ, ਬੇਬੇ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ, ਜਿਉ ਜਲ ਹੀ ਵਿਖੈ ਸਮਾਹੇ। ਜਿਹੜੀ ਨਦੀ ਸਾਗਰ ਵਿੱਚ ਰਲ ਗਈ ਤੇ ਫਿਰ ਉਹਦੇ ਬਾਰੇ ਬਿਆਨ ਕਰਨਾ ਓਨਾ ਹੀ ਕਠਿਨ ਹੈ ਜਿੰਨਾ ਸਮੁੰਦਰ ਦੇ ਬਾਰੇ ਕੁਝ ਕਹਿਣਾ ਔਖਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਜਿਹਨੇ ਹੁਕਮ ਮੰਨ ਲਿਆ ਉਹਦੀ ਮਹਿਮਾ ਤੇ ਅਪਰਪਾਰ ਹੈ। ਜੇ ਕੋਈ ਉਸ ਬਾਰੇ ਕਹਿਣਾ ਚਾਹੇ ਤੇ ਉਹ ਕਹਿ ਨਹੀਂ ਸਕਦਾ, ਉਹਨੂੰ ਪਿੱਛੋਂ ਪਛਤਾਉਣਾ ਹੀ ਪੈਂਦਾ ਹੈ। ਕਾਗਦ ਕਲਮ ਨਾ ਲਿਖਣ ਹਾਰ। ਫਿਰ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੇ ਕਥਨ ਤੋਂ ਬਾਹਰ ਹੈ ਤੇ ਫਿਰ ਉਹਦੇ ਬਾਰੇ ਲਿਖਿਆ ਤੇ ਜਾ ਹੀ ਸਕਦਾ ਹੋਵੇਗਾ। ਕਈ ਗੱਲਾਂ ਐਸੀਆਂ ਹੁੰਦੀਆਂ ਨੇ ਅਸੀਂ ਰਸਨਾ ਤੋਂ ਬਿਆਨ ਨਹੀਂ ਕਰ ਸਕਦੇ, ਪਰ ਲਿਖ ਕੇ ਅਸੀਂ ਦੇ ਦਿੰਦੇ ਹਾਂ। ਹਜ਼ੂਰ ਕਹਿੰਦੇ ਕਾਗਦ ਕਲਮ ਨਾ ਲਿਖਣ ਹਾਰ। ਐਸੇ ਗੁਰਸਿੱਖ ਦੀ ਜਿਸਨੇ ਗੁਰੂ ਦਾ ਪੂਰਨ ਹੁਕਮ ਮੰਨਿਆ ਹੈ, ਉਹਦੀ ਮਹਿਮਾ ਲਿਖਣ ਵਾਸਤੇ ਕਾਗਜ਼ ਦੇ ਉੱਤੇ ਨਾ ਹੀ ਕੋਈ ਐਸਾ ਕਾਗਜ਼ ਹੈ, ਨਾ ਹੀ ਕੋਈ ਐਸੀ ਕਲਮ ਹੈ, ਨਾ ਲਿਖਣ ਹਾਰ ਤੇ ਨਾ ਹੀ ਕੋਈ ਐਸਾ ਲਿਖਣ ਵਾਲਾ, ਕੋਈ ਲਿਖਾਰੀ ਹੈ, ਕੋਈ ਰਾਈਟਰ ਹੈ। ਇਹਦਾ ਮਤਲਬ ਇਹ ਹੈ, ਜੇ ਉਹਨਾਂ ਸਤਿਪੁਰਸ਼ਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ
ਤੇ ਫਿਰ ਕੋਈ ਜੇ ਲਿਖਣ ਦਾ ਯਤਨ ਕਰੇ ਤਾਂ ਲਿਖੀ ਵੀ ਨਹੀਂ ਜਾ ਸਕਦੀ, ਕਿਉਂਕਿ ਵਾਹਿਗੁਰੂ ਦਾ ਰੂਪ ਜੋ ਹੋ ਗਏ, ਉਹਨਾਂ ਦੀ ਮਹਿਮਾ ਬਿਆਨ ਕਰਨੀ ਵੀ ਤੇ ਲਿਖਣੀ ਵੀ ਬਹੁਤ ਔਖੀ ਗੱਲ ਹੈ। ਇਸੇ ਲਈ ਤਾਂ ਭਗਤ ਕਬੀਰ ਜੀ ਨੇ ਇਹ ਗੱਲ ਕਹੀ ਹੈ, ਕਬੀਰ ਸਾਥ ਸਮੁੰਦੈ ਮਸ ਕਰੂੰ ਕਲਮ ਕਰੂੰ ਬਨ ਰਾਏ, ਬਸਦਾ ਕਾਗਜ਼ ਜਾਓ ਕਰੂੰ ਹਰ ਜਸ ਲਿਖਣ ਨਾ ਜਾਏ। ਜੇ 7 ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਈਏ ਤੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਈਏ ਤੇ ਸਾਰੀ ਬਨਾਸਪਤੀ ਦੀਆਂ ਕਲਮਾਂ ਕੱਢ ਲਈਏ, ਪਰ ਵਾਹਿਗੁਰੂ ਦੀ ਮਹਿਮਾ ਬੇਅੰਤ ਹੈ, ਉਹ ਲਿਖੀ ਨਹੀਂ ਜਾ ਸਕਦੀ। ਤੇ ਜੇ ਵਾਹਿਗੁਰੂ ਦੀ ਮਹਿਮਾ ਨਹੀਂ ਲਿਖੀ ਜਾ ਸਕਦੀ ਤੇ ਜਿਹੜੇ ਵਾਹਿਗੁਰੂ ਦਾ ਰੂਪ ਹੋ ਗਏ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਉਹਨਾਂ ਦੀ ਮਹਿਮਾ ਵੀ ਕੋਈ ਕਿਵੇਂ ਲਿਖ ਸਕਦਾ ਹੈ? ਨਹੀਂ ਲਿਖ ਸਕਦਾ। ਇਸੇ ਲਈ ਜਿਹੜਾ ਗੁਰੂ ਦਾ ਹੁਕਮ ਮੰਨੇ, ਮਹਿਮਾ ਸਰਵਣ ਦੀ ਵੀ ਬਹੁਤ ਮਹਾਨ ਸਤਿਗੁਰੂ ਨੇ ਪਿੱਛੇ ਲਿਖੀ ਹੈ। ਤੇ ਭਾਈ ਜਿਹੜਾ ਗੁਰੂ ਦਾ ਹੁਕਮ ਪੂਰਨ ਰੂਪ ਦੇ ਵਿੱਚ ਮੰਨ ਲੈਂਦਾ ਹੈ ਬਈ ਉਹਦੀ ਮਹਿਮਾ ਤੇ ਬਿਆਨ ਕੀਤੀ ਹੀ ਨਹੀਂ ਜਾ ਸਕਦੀ, ਨਾ ਹੀ ਲਿਖੀ ਜਾ ਸਕਦੀ ਹੈ। ਮੰਨੇ ਕਾ ਬਹਿ ਕਰਨ ਵਿਚਾਰ। ਹਜ਼ੂਰ ਫਰਮਾਉਂਦੇ ਨੇ, ਮੰਨੇ ਕਾ, ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਵਿਦਵਾਨ ਲੋਕ ਬੈਠ ਕੇ ਉਹਦੀ ਵਿਚਾਰ ਜ਼ਰੂਰ ਕਰਦੇ ਨੇ ਵੀ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਉਹਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ ਹੈ। ਪਰ ਹਜ਼ੂਰ ਕਹਿੰਦੇ ਵਿਚਾਰ ਤਾਂ ਜ਼ਰੂਰ ਕਰਦੇ ਨੇ, ਜਿੰਨੀ ਬਲ ਬੁੱਧੀ ਸਮਰੱਥਾ ਵਾਹਿਗੁਰੂ ਦਿੰਦਾ ਹੈ। ਦਾਨੇ ਲੋਕ, ਵਿਦਵਾਨ ਲੋਕ ਬੈਠ ਕੇ ਇਤਿਹਾਸ ਲਿਖਦੇ ਨੇ, ਉਹਨਾਂ ਮਹਾਂਪੁਰਖਾਂ ਦੀਆਂ ਜੀਵਨੀਆਂ ਲਿਖਦੇ ਨੇ, ਉਹਨਾਂ ਗੁਰਸਿੱਖਾਂ ਦੀ ਤਵਾਰੀਖ ਲਿਖਦੇ ਨੇ। ਮੰਨੇ ਕਾ ਬਹਿ ਕਰਨ ਵਿਚਾਰ, ਹੁਕਮ ਮੰਨਣ ਵਾਲੇ ਦਾ ਵਿਦਵਾਨ ਲੋਕ ਬੈਠ ਕੇ ਵਿਚਾਰ ਵੀ ਕਰਦੇ ਨੇ, ਪਰ ਪੂਰਨ ਰੂਪ ਦੇ ਵਿੱਚ ਨਾ ਤੇ ਕੋਈ ਉਹਨਾਂ ਦੇ ਬਾਰੇ ਕੁਝ ਕਹਿ ਹੀ ਸਕਦਾ ਹੈ, ਨਾ ਹੀ ਕੋਈ ਲਿਖ ਸਕਦਾ ਹੈ। ਐਸਾ ਨਾਮ ਨਿਰੰਜਨ ਹੋਏ। ਲੋ ਹਜ਼ੂਰ ਕਹਿੰਦੇ ਨੇ ਇਹ ਪਦਵੀ ਉਹਨਾਂ ਨੂੰ ਇੰਨੀ ਉੱਚੀ ਕਿਵੇਂ ਮਿਲੀ ਹੈ? ਹਜ਼ੂਰ ਕਹਿੰਦੇ ਨਾਮ ਦੀ ਕਮਾਈ ਦਾ ਸਦਕਾ। ਐਸਾ ਨਾਮ ਵੀ ਐਸਾ ਵਾਹਿਗੁਰੂ ਦਾ ਨਾਮ ਹੈ ਜਿਹੜਾ ਵੀ ਗੁਰਸਿੱਖ ਮਾਈ ਪਾਈ ਉਸ ਨਾਮ ਦੇ ਨਾਲ ਜੁੜਦਾ ਹੈ। ਕੇਵਲ ਬਾਹਰੋਂ ਹੀ ਨਹੀਂ, ਜਿਹੜਾ ਅੰਦਰੋਂ ਉਸ ਨਾਮ ਦੇ ਨਾਲ ਜੁੜਦਾ ਹੈ, ਨਿਰੰਜਨ ਹੋਏ। ਹਜ਼ੂਰ ਕਹਿੰਦੇ ਉਹ ਨਿਰੰਜਨ ਦਾ ਅਰਥ ਹੈ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਜੋ ਅਕਾਲ ਪੁਰਖ ਹੈ, ਉਹਦਾ ਹੀ ਰੂਪ ਹੋ ਜਾਂਦਾ ਹੈ। ਵਾਹਿਗੁਰੂ ਦਾ ਐਸਾ ਪਵਿੱਤਰ ਨਾਮ ਹੈ, ਜਿਹੜਾ ਉਸ ਨਾਮ ਨੂੰ ਜਪਦਾ ਹੈ, ਉਹਦਾ ਤਨ ਵੀ, ਉਹਦਾ ਮਨ ਵੀ, ਉਹਦੀ ਆਤਮਾ ਵੀ ਪਵਿੱਤਰ ਹੋ ਜਾਂਦੀ ਹੈ ਤੇ ਅਖੀਰ ਨਿਰੰਜਨ ਹੋਏ ਉਸ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਜਿਵੇਂ ਅੱਗੇ ਚੱਲ ਕੇ ਸਤਿਗੁਰੂ ਨੇ ਆਖਿਆ ਹੈ, ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ। ਨਦੀਆਂ ਤੇ ਨਾਲੇ ਜਦੋਂ ਜਾ ਕੇ ਸਮੁੰਦਰ ਵਿੱਚ ਪੈ ਜਾਂਦੇ ਨੇ, ਫਿਰ ਉਹਨਾਂ ਦਾ ਵੱਖਰਾ ਰੰਗ ਰੂਪ ਕੋਈ ਨਹੀਂ ਜਾਣਿਆ ਜਾ ਸਕਦਾ। ਇਸੇ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ, ਨਦੀਆਂ ਤੇ ਨਾਲਿਆਂ ਵਾਂਗ ਜਦੋਂ ਜਾ ਕੇ ਵਾਹਿਗੁਰੂ ਸਾਗਰ ਵਿੱਚ ਲੀਨ ਹੋ ਜਾਂਦੇ ਨੇ, ਐਸਾ ਨਾਮ ਨਿਰੰਜਨ ਹੋਏ, ਫਿਰ ਉਹਨਾਂ ਦੇ ਬਾਰੇ ਕੁਛ ਵੀ ਕਹਿਣਾ, ਕੁਛ ਵੀ ਲਿਖਣਾ, ਕੁਛ ਵੀ ਵਿਚਾਰ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਜੇ ਕੋ ਮਨ ਜਾਣੇ ਮਨ ਕੋ। ਹਜ਼ੂਰ ਕਹਿੰਦੇ ਨੇ ਅਸਲੀ ਨਾਮ ਦੀ ਮਹਿਮਾ ਦਾ, ਨਾਮ ਦੀ ਅਜ਼ਮਤ ਦਾ ਉਸ ਨੂੰ ਪਤਾ ਲੱਗਦਾ ਹੈ ਜੇ ਕੋ ਮਨ ਜਾਣੈ ਮਨ ਕੋਇ। ਜਿਹੜਾ ਕੋਈ ਗੁਰਸਿੱਖ ਮਾਈ ਪਾਈ ਆਪਣੇ ਮਨ ਦੇ ਵਿੱਚ ਮਨ ਜਾਣੈ, ਮੰਨਣਾ ਜਾਣ ਲਵੇ, ਭਾਵ ਜਿਹੜਾ ਗੁਰੂ ਦਾ ਹੁਕਮ ਮੰਨਣਾ ਜਾਣ ਲਵੇ, ਉਹਨੂੰ ਇਸ ਗੱਲ ਦਾ ਪਤਾ ਲੱਗਦਾ ਹੈ। ਜਾਂ ਦੂਸਰੇ ਨੰਬਰ ਤੇ ਜੇ ਕੋ ਮਨ ਜਾਣੈ ਮਨ ਕੋਇ, ਜਿਹੜਾ ਆਪਣੇ ਮਨ ਦੇ ਵਿੱਚ ਨਾਮ ਦੀ ਕਮਾਈ ਕਰਨਾ ਜਾਣ ਲਵੇ ਵੀ ਨਾਮ ਕਿਵੇਂ ਮੰਨਣਾ ਹੈ, ਨਾਮ ਦੀ ਕਮਾਈ ਕਿਵੇਂ ਕਰਨੀ ਹੈ, ਤੇ ਫਿਰ ਉਹ ਭਾਈ ਨਾਮ ਦੀ ਮਹਿਮਾ ਨੂੰ ਜਾਣ ਸਕਦਾ ਹੈ। ਹਰ ਕੋਈ ਨਾਮ ਦੀ ਮਹਿਮਾ ਨੂੰ ਜਾਣ ਵੀ ਨਹੀਂ ਸਕਦਾ, ਕਿਉਂਕਿ ਹੀਰੇ ਮੋਤੀਆਂ ਦੀ ਪਰਖ ਜੌਹਰੀ ਲੋਕ ਹੀ ਕਰ ਸਕਦੇ ਨੇ। ਹਰ ਕੋਈ ਬੰਦਾ ਹੀਰੇ ਮੋਤੀਆਂ ਦੀ ਪਰਖ ਨਹੀਂ ਕਰ ਸਕਦਾ। ਇੱਕ ਵਾਰ
ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਮਰਦਾਨੇ ਨੂੰ ਇੱਕ ਲਾਲ ਦਿੱਤਾ ਸੀ। ਕਹਿਣ ਲੱਗੇ ਜਾ ਇਸ ਦਾ ਮੁੱਲ ਪਵਾ ਕੀ ਆ। ਜਦੋਂ ਮੁੱਲ ਪਾਉਣ ਗਿਆ, ਇੱਕ ਮਾਈ ਨੇ 2 ਆਟੇ ਤੇ ਬੁੱਕ ਉਸ ਦਾ ਮੁੱਲ ਪਾਇਆ, ਇੱਕ ਦੁਕਾਨਦਾਰ ਨੇ 1 ਰੁਪਇਆ ਮੁੱਲ ਪਾਇਆ, ਕਿਸੇ ਸ਼ਾਹੂਕਾਰ ਨੇ ਕੇਵਲ 5 ਰੁਪਏ ਮੁੱਲ ਪਾਇਆ। ਪਰ ਜਦੋਂ ਸਾਲਸਰਾਏ ਜੌਹਰੀ ਦੇ ਪਾਸ ਗਿਆ, ਉਸਨੇ 100 ਰੁਪਇਆ ਨਜ਼ਰਾਨਾ ਭੇਟ ਕੀਤਾ ਤੇ ਨਾਲ ਇਹ ਆਖਿਆ, ਭਾਈ ਮਰਦਾਨਿਆ ਇਹ ਲਾਲ ਇੰਨਾ ਕੀਮਤੀ ਹੈ, ਇਸ ਦੀ ਕੀਮਤ ਕੋਈ ਦੇ ਹੀ ਨਹੀਂ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੇ ਕੋ ਮਨ ਨੇ ਜਾਣਾ ਮਨ ਕੋਏ, ਨਾਮ ਏਡਾ ਵਡਮੁੱਲਾ ਰਤਨ ਹੈ ਔਰ ਇਹਦੀ ਕੀਮਤ ਉਹੀ ਜਾਣ ਸਕਦਾ ਜਿਹੜਾ ਇਸ ਨਾਮ ਦੀ ਕਮਾਈ ਕਰੇ, ਮਨ ਦੇ ਵਿੱਚ ਮੰਨਣ ਕਰਨਾ ਜਾਣੇ। ਜਿਸ ਨੂੰ ਹਾਲੇ ਨਾਮ ਦੀ ਮਹਿਮਾ ਦਾ ਪਤਾ ਹੀ ਨਹੀਂ, ਉਹ ਕਿਵੇਂ ਨਾਮ ਜਪੇਗਾ, ਕਿਵੇਂ ਨਾਮ ਦੀ ਮਹਿਮਾ ਤੋਂ, ਨਾਮ ਦੀ ਅਜ਼ਮਤ ਤੋਂ, ਨਾਮ ਦੀ ਸ਼ਕਤੀ ਤੋਂ ਵਾਕਿਫ ਹੋ ਸਕੇਗਾ। ਇਸੇ ਲਈ ਹਜ਼ੂਰ ਕਹਿੰਦੇ ਵੀ ਵਾਹਿਗੁਰੂ ਦਾ ਨਾਮ ਤੇ ਐਸਾ ਹੈ, ਇੱਕ ਐਸਾ ਅਮੋਲਕ ਰਤਨ ਹੈ, ਜੇ ਕੋਈ ਇਸ ਨੂੰ ਮਨ ਦੇ ਵਿੱਚ ਮੰਨਣਾ ਜਾਣੇ, ਇਹਨੂੰ ਆਪਣੇ ਮਨ ਦੁਆਰਾ ਚਿੰਤਨ ਕਰਨਾ ਜਾਣੇ, ਮਨ ਦੁਆਰਾ ਨਾਮ ਦਾ ਸਿਮਰਨ ਕਰਨਾ ਜਾਣੇ, ਤੇ ਉਸ ਨੂੰ ਇਸ ਦੀ ਮਹਿਮਾ ਦਾ ਪਤਾ ਲੱਗਦਾ ਹੈ। ਨਿਰੰਜਨ ਹੋਏ ਵੀ ਜਿਹੜਾ ਵੀ ਗੁਰਸਿੱਖ ਮਾਈ ਪਾਈ ਵਾਹਿਗੁਰੂ 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 ਨਾਮ ਦਾ ਸਿਮਰਨ ਕਰਦਾ ਹੈ, ਫਿਰ ਉਹ ਨਿਰੰਜਨ ਹੋਏ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਮੰਨੈ ਸੁਰਤ ਹੋਵੈ ਮਨ ਬੁੱਧ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ 13ਵੀਂ ਪੌੜੀ ਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਮੰਨਣ ਵਾਲੇ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਪਹਿਲਾ ਸ਼ਬਦ ਆਇਆ ਸੀ ਮੰਨੇ ਕੀ ਗਤ, ਮੰਨੇ ਇੱਕ ਲਾਂ ਦੇ ਨਾਲ ਸਤਿਗੁਰੂ ਨੇ ਇਹ ਸ਼ਬਦ ਲਿਖਿਆ ਸੀ। ਹੁਣ ਦੂਸਰੀ ਪੌੜੀ ਦੇ ਵਿੱਚ ਮੰਨੈ 2 ਲਾਵਾਂ ਦੇ ਨਾਲ ਲਿਖਿਆ। ਕਈ ਵਾਰੀ ਅਸੀਂ ਭੁੱਲ ਭੁਲੇਖੇ ਲਾਵਾਂ ਤੇ ਦੁਲਾਵਾਂ ਦਾ ਬਿਨਾਂ ਖਿਆਲ ਕੀਤੇ ਇੱਕੋ ਢੰਗ ਨਾਲ ਹੀ ਉਚਾਰਨ ਕਰ ਜਾਂਦੇ ਹਾਂ, ਪਰ ਨਹੀਂ, ਲਾਂ ਤੇ ਦੁਲਾਂ ਦਾ ਅਰਥਾਂ ਵਿੱਚ ਬਹੁਤ ਫਰਕ ਹੈ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਗੁਰਬਾਣੀ ਦਾ ਹਰ ਅੱਖਰ ਤੇ ਲਗ ਮਾਤਰ ਧਿਆਨ ਦੇ ਨਾਲ ਪੜ੍ਹਨੀ ਚਾਹੀਦੀ ਹੈ, ਉਹਦਾ ਉਚਾਰਨ ਸ਼ੁੱਧ ਕਰਨਾ ਚਾਹੀਦਾ। ਹੁਣ ਇੱਥੇ ਸ਼ਬਦ ਆਇਆ ਮੰਨੈ ਸੁਰਤ ਹੋਵੈ ਮਨ ਬੁੱਧ। ਮੰਨੈ ਦਾ ਅਰਥ ਹੈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਤੇ ਮੰਨੇ ਦਾ ਅਰਥ ਸੀ ਹੁਕਮ ਮੰਨਣ ਵਾਲੇ ਦੀ। ਇੱਕ ਹੁਕਮ ਮੰਨਣ ਵਾਲਾ ਹੈ, ਉਹਦੀ ਗੱਲ ਪਹਿਲਾਂ ਆਖੀ ਹੈ। ਹਜ਼ੂਰ ਕਹਿੰਦੇ ਮੰਨੈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਸੁਰਤ ਹੋਵੈ ਮਨ ਬੁੱਧ, ਉਹਨੂੰ ਭਾਈ ਅਸਲੀ ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ, ਉਹਦੀ ਸੁਰਤ ਜਾਗ ਪੈਂਦੀ ਹੈ। ਮੰਨੈ ਸੁਰਤ ਹੋਵੈ ਮਨ ਬੁੱਧ, ਤੇ ਫਿਰ ਉਹਦੇ ਮਨ ਤੇ ਬੁੱਧ ਵਿੱਚ ਵੀ ਐਸੀ ਇੱਕ ਸਮਝ ਪੈਦਾ ਹੋ ਜਾਂਦੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੀ ਅਨੁਭਵ ਕਰ ਸਕਦਾ ਹੈ। ਕਿਉਂਕਿ ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਉਹਦੀ ਬੁੱਧੀ ਇੰਨੀ ਨਿਰਮਲ ਹੋ ਜਾਂਦੀ ਹੈ, ਤੇ ਫਿਰ ਉਹ ਅੱਗੇ ਸਿਮਰਨ ਕਰਦਾ ਕਰਦਾ ਆਤਮ ਵਿਸ਼ੈਣੀ ਬੁੱਧੀ ਨੂੰ ਪ੍ਰਾਪਤ ਕਰ ਲੈਂਦੇ। ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ, ਉਹਦੇ ਬਾਰੇ ਲਿਖਿਆ ਹੈ, ਤੁਗਰਿਆ ਬੁੱਧਿਆ ਸੂਖਮਿਆ ਸੂਖਮਦਰਸੀ। ਉਹਦੇ ਨਾਲ ਸੂਖਮ ਤੋਂ ਸੂਖਮ ਅੱਗੇ ਜਿਹੜੀ ਵਾਹਿਗੁਰੂ ਦੀ ਹਸਤੀ ਹੈ, ਉਹਨੂੰ ਤੱਕਿਆ ਜਾਂਦਾ ਹੈ। ਜਿੰਨੀ ਬੁੱਧੀ ਸੂਖਮ ਹੁੰਦੀ ਹੈ, ਓਨਾ ਹੀ ਉਹ ਸੂਖਮ ਚੀਜ਼ ਦੀ ਵਿਚਾਰ ਕਰ ਸਕਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਮੰਨੈ ਸੁਰਤ ਹੋਵੈ ਮਨ ਬੁੱਧ, ਔਰ ਉਹਦੇ ਅੰਦਰ ਇੱਕ ਐਸੀ ਸੁਰਤ ਚੇਤਨਾ ਪੈਦਾ ਹੁੰਦੀ ਹੈ, ਇੱਕ ਐਸੀ ਸ਼ਕਤੀ ਪੈਦਾ ਹੁੰਦੀ ਹੈ, ਤੇ ਫਿਰ ਉਹਦੇ ਮਨ ਤੇ ਬੁੱਧੀ ਅੰਦਰ ਇੱਕ ਇੰਨੀ ਉੱਚੀ ਸਮਝ ਪੈਦਾ ਹੋ ਜਾਂਦੀ ਹੈ, ਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਅਨੁਭਵ ਕਰਨ ਲੱਗ ਜਾਂਦਾ ਹੈ। ਜਾਂ ਇਹਦਾ ਦੂਜਾ ਅਰਥ ਇਹ ਵੀ ਕੀਤਾ, ਮੰਨੈ ਸੁਰਤ ਹੋਵੈ ਮਨ ਬੁੱਧ, ਵੀ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨ ਦੇ ਨਾਲ ਮਨ ਤੇ ਬੁੱਧੀ ਅੰਦਰ ਸੁਰਤ ਹੋਵੇ, ਵਾਹਿਗੁਰੂ ਦੀ ਸੁਰਤ ਸਮਝ ਗਿਆਤ ਪੈਦਾ ਹੋ ਜਾਂਦੀ ਹੈ। ਇਹ ਨਾਮ ਦੀ ਕਮਾਈ ਦਾ ਸਦਕਾ
ਤੇ ਵਾਹਿਗੁਰੂ ਦੀ ਸਮਝ ਆ ਜਾਂਦੀ ਹੈ। ਮੰਨੈ ਸਗਲ ਭਵਨ ਕੀ ਸੁਧ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਵੀ ਗੁਰੂ ਦਾ ਹੁਕਮ ਮੰਨਦਾ ਹੈ ਤੇ ਨਾਲ ਨਾਮ ਦੀ ਕਮਾਈ ਕਰਦਾ ਹੈ, ਸਗਲ ਭਵਨ ਕੀ ਸੁਧ, ਉਹਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਭਵਨ ਦਾ ਅਰਥ ਹੈ ਤਬਕ, ਭਵਨ ਦਾ ਅਰਥ ਹੈ ਲੋਕ। ਆਹ ਮਾਤ ਲੋਕ ਹੈ, ਇਸ ਤੋਂ ਬਿਨਾਂ ਹੋਰ ਵੀ ਬੜੇ ਲੋਕ ਨੇ। ਇੱਕ ਬ੍ਰਹਿਮੰਡ ਦੇ ਵਿੱਚ 14 ਲੋਕ ਮੰਨੇ ਨੇ, 21 ਪੁਰੀਆਂ ਮੰਨੀਆਂ ਹੋਈਆਂ, ਤੇ ਬ੍ਰਹਿਮੰਡ ਵੀ ਕਰੋੜਾਂ ਨੇ, ਤੇ ਅਕਾਲ ਪੁਰਖ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਸੁਆਮੀ ਹੈ। ਤੇ ਜਿਹੜਾ ਉਸ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਦਾ ਹੈ, ਉਹਨੂੰ ਸਾਰੇ ਹੀ ਭਵਨਾਂ ਦੀ, ਸਾਰੇ ਬ੍ਰਹਿਮੰਡਾਂ ਖੰਡਾਂ ਦੀ ਸਮਝ ਆ ਜਾਂਦੀ ਹੈ, ਕਿੱਥੇ ਕੀ ਹੋ ਰਿਹਾ ਹੈ। ਆ ਹੁਣ ਤੇ ਜਿਹੜੇ ਬੜੇ ਬੜੇ ਸਾਇੰਸਦਾਨ ਨੇ ਮਸਾਂ ਚੰਦਰਮਾ ਤੱਕ ਹੀ ਪਹੁੰਚੇ ਨੇ, ਹੁਣ ਕਹਿੰਦੇ ਮੰਗਲ ਤੱਕ ਪਹੁੰਚ ਗਏ ਨੇ। ਲੱਖਾਂ ਕਰੋੜਾਂ ਅਰਬਾਂ ਖਰਬਾਂ ਡਾਲਰ ਖਰਚ ਕੇ ਉਹ ਮਸਾਂ ਉੱਥੇ ਗਏ ਨੇ, ਪਰ ਹਜ਼ੂਰ ਕਹਿੰਦੇ ਨਾਮ ਦੀ ਕਮਾਈ ਕਰਨ ਵਾਲਾ ਸਹਿਜੇ ਹੀ ਉੱਥੇ ਪਹੁੰਚ ਜਾਂਦਾ ਹੈ। ਇਸੇ ਲਈ ਜਿਹੜੀ ਇੱਕ ਬਾਹਰਲੀ ਸਾਇੰਸ ਹੈ ਤੇ ਇੱਕ ਆਤਮ ਸਾਇੰਸ ਹੈ, ਇਹ ਅੰਦਰਲੀ ਸਾਇੰਸ ਹੈ। ਜਿੱਥੇ ਬਾਹਰਲੀ ਸਾਇੰਸ ਖਤਮ ਹੋ ਜਾਂਦੀ ਹੈ, ਉੱਥੇ ਫਿਰ ਆਤਮ ਸਾਇੰਸ ਅੱਗੇ ਸਾਡੀ ਅਗਵਾਈ ਕਰਦੀ ਹੈ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਨੇ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਸਗਲ ਭਵਨ ਕੀ ਸੁਧ, ਉਹਨੂੰ ਸਾਰੇ ਭਵਨਾਂ ਦੀ ਹੀ ਸੁਧ ਹੋ ਜਾਂਦੀ ਹੈ। ਸਾਰੇ ਲੋਕਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਕਿੱਥੇ ਕੀ ਹੋ ਰਿਹਾ ਹੈ ਸਭ ਕੁਝ ਦਾ ਪਤਾ ਲੱਗ ਜਾਂਦਾ ਹੈ। ਜਿਹੜਾ ਗੁਰੂ ਦਾ ਹੁਕਮ ਮੰਨੇ ਉਹਨੂੰ ਇਹ ਸਮਝ ਆ ਜਾਂਦੀ ਹੈ। ਇਸੇ ਲਈ ਇਤਿਹਾਸ ਵਿੱਚ ਇੱਕ ਪ੍ਰਸੰਗ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਆਪਣੇ ਘਰ ਬਿਰਾਜੇ ਹੋਏ ਸਨ। ਰਾਏ ਭੋਏ ਕੀ ਤਲਵੰਡੀ, ਜਿਸ ਨੂੰ ਸ਼੍ਰੀ ਨਨਕਾਣਾ ਸਾਹਿਬ ਆਪਾਂ ਆਖਦੇ ਹਾਂ। ਸਤਿਗੁਰੂ ਆਪਣੇ ਘਰ ਵਿੱਚ ਬਿਰਾਜੇ ਹੋਏ ਸਨ। ਦੁਪਹਿਰ ਦਾ ਵਕਤ ਸੀ। ਗੁਰੂ ਮਹਾਰਾਜ ਦੀ ਮਾਤਾ ਤ੍ਰਿਪਤਾ ਜੀ ਨੇ ਆਪਣੀ ਦਾਸੀ ਨੂੰ, ਜਿਸ ਦਾ ਨਾਮ ਤੁਲਸਾ ਲਿਖਿਆ ਹੋਇਆ ਹੈ, ਆਪਣੀ ਦਾਸੀ ਤੁਲਸਾ ਨੂੰ ਭੇਜਿਆ ਕਿ ਜਾ ਕੇ ਮੇਰੇ ਲਾਲ, ਮੇਰੇ ਪਿਆਰੇ ਸਪੁੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਠਾ ਕੇ ਲਿਆ, ਤਾਂ ਕਿ ਮੈਂ ਉਹਨਾਂ ਲਈ ਪ੍ਰਸ਼ਾਦਾ ਤਿਆਰ ਕੀਤਾ ਤੇ ਗਰਮ ਗਰਮ ਪ੍ਰਸ਼ਾਦਾ ਛਕ ਲੈਣ। ਹੁਣ ਜਦੋਂ ਦਾਸੀ ਸਤਿਗੁਰੂ ਦੇ ਕੋਲ ਗਈ, ਬੜੀ ਸਿਆਣੀ ਸੀ, ਸੋਚਣ ਲੱਗ ਪਈ, ਜੇ ਹੁਣ ਮੈਂ ਇਹਨਾਂ ਨੂੰ ਆਵਾਜ਼ ਮਾਰੀ ਜਾਂ ਹੱਥ ਲਾ ਕੇ ਇਹਨਾਂ ਨੂੰ ਜਗਾਇਆ ਔਰ ਇਹ ਇਹਨਾਂ ਦੀ ਬੇਅਦਬੀ ਹੋਵੇਗੀ, ਇਸ ਲਈ ਹੁਣ ਮੈਨੂੰ ਕਰਨਾ ਕੀ ਚਾਹੀਦਾ। ਉਹਦੇ ਮਨ ਦੇ ਵਿੱਚ ਐਸੀ ਵਾਹਿਗੁਰੂ ਪਰਮੇਸ਼ਰ ਨੇ ਇੱਕ ਇੱਛਾ ਪੈਦਾ ਕੀਤੀ। ਉਹ ਕਹਿਣ ਲੱਗੀ, ਮੇਰੇ ਹੱਥ ਵੀ ਇੰਨੇ ਪਵਿੱਤਰ ਨਹੀਂ, ਮੈਂ ਗੁਰੂ ਮਹਾਰਾਜ ਨੂੰ ਹੱਥ ਲਾ ਦੇਵਾਂ। ਅਖੀਰ ਉਸ ਦੇ ਮਨ ਵਿੱਚ ਖਿਆਲ ਆਇਆ, ਗੁਰੂ ਮਹਾਰਾਜ ਦਾ ਇੱਕ ਚਰਨ ਚਾਦਰ ਤੋਂ ਬਾਹਰ ਸੀ, ਤੇ ਕਹਿੰਦੀ ਫਿਰ ਇਉਂ ਕਰਾਂ ਬਈ ਮੈਂ ਆਪਣੀ ਜਿਹੜੀ ਜ਼ੁਬਾਨ ਹੈ ਬੜੀ ਕੋਮਲ ਹੈ, ਮੈਂ ਆਪਣੀ ਜ਼ੁਬਾਨ ਦੇ ਨਾਲ ਗੁਰੂ ਮਹਾਰਾਜ ਦੇ ਪੈਰ ਦੇ ਅੰਗੂਠੇ ਨੂੰ ਚਟਣਾ ਸ਼ੁਰੂ ਕਰ ਦੇਵਾਂ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਤਕਲੀਫ ਵੀ ਨਹੀਂ ਹੋਵੇਗੀ, ਤੇ ਹੌਲੀ ਹੌਲੀ ਮੇਰੀ ਰਸਨਾ ਦੇ ਸਪਰਸ਼ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਗ ਵੀ ਪੈਣਗੇ ਤੇ ਮੇਰਾ ਮਨੋਰਥ ਵੀ ਸਫਲ ਹੋ ਜਾਵੇਗਾ। ਇਸ ਖਿਆਲ ਦੇ ਨਾਲ ਉਸ ਤੁਲਸਾ ਦਾਸੀ ਦੇ ਭਾਗ ਜਾਗ ਪਏ। ਜਨ ਨਾਨਕ ਪ੍ਰੀਤ ਸਾਧ ਪਗ ਚਾਟੇ, ਉਸਨੇ ਰਸਨਾ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਨੂੰ ਚਟਣਾ ਸ਼ੁਰੂ ਕਰ ਦਿੱਤਾ। ਮੰਨੈ ਸਗਲ ਭਵਨ ਕੀ ਸੁਧ। ਤੇ ਜਦੋਂ ਉਸਨੇ ਗੁਰੂ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਰਸਨਾ ਦੁਆਰਾ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਇੱਥੇ ਬਿਰਾਜੇ ਹੋਏ ਸਨ, ਪਰ ਉਸ ਤੁਲਸਾ ਦਾਸੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਿਸੇ ਗੁਰਸਿੱਖ ਦੀ ਸਹਾਇਤਾ ਕਰਨ ਲਈ ਸਮੁੰਦਰਾਂ ਵਿੱਚ ਪਹੁੰਚੇ ਹੋਏ ਨੇ। ਦਾਸੀ ਉੱਥੇ ਮਗਨ ਹੋ ਗਈ। ਕੁਛ ਦੇਰ ਤੋਂ ਬਾਅਦ ਮਾਤਾ ਤ੍ਰਿਪਤਾ ਨੇ ਆਵਾਜ਼ ਦਿੱਤੀ, ਕਹਿਣ ਲੱਗੀ, ਤੁਲਸਾ
ਤੂੰ ਵੀ ਉੱਥੇ ਅੰਦਰ ਜਾ ਕੇ ਬੈਠ ਗਈ ਹੈ। ਮੈਂ ਤੇ ਤੈਨੂੰ ਆਪਣੇ ਸਪੁੱਤਰ ਨੂੰ ਲੈਣ ਵਾਸਤੇ ਭੇਜਿਆ ਤੇ ਤੂੰ ਵੀ ਉੱਥੇ ਜਾ ਕੇ ਸੌਂ ਗਈ। ਤੁਲਸਾ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਜੀ ਕੁਛ ਨਾਰਾਜ਼ ਨੇ, ਅਚਾਨਕ ਬਾਹਰ ਆਈ ਤੇ ਕਹਿਣ ਲੱਗੀ, ਮਾਤਾ ਜੀ ਹੌਲੀ ਬੋਲੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ, ਕਿਧਰੇ ਸਿੱਖ ਦਾ ਕਾਰਜ ਅਧੂਰਾ ਨਾ ਰਹਿ ਜਾਵੇ, ਇਸ ਲਈ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਫਿਰ ਮੈਂ ਗੁਰੂ ਮਹਾਰਾਜ ਨੂੰ ਜਗਾ ਕੇ ਲਿਆਵਾਂਗੀ। ਤੇ ਜਦੋਂ ਮਾਤਾ ਨੇ ਇਹ ਗੱਲ ਸੁਣੀ, ਮਾਤਾ ਜੀ ਦੇ ਉੱਤੇ ਸਤਿਗੁਰੂ ਨੇ ਮੋਹ ਮਾਇਆ ਦਾ ਪਰਦਾ ਪਾਇਆ ਹੋਇਆ ਸੀ। ਉਹ ਇਸ ਅੰਦਰੂਨੀ ਗੱਲ ਨੂੰ ਸਮਝ ਨਾ ਸਕੀ। ਕਹਿਣ ਲੱਗੀ, ਅੱਗੇ ਤੇ ਲੋਕ ਮੈਨੂੰ ਮਖੌਲ ਕਰਦੇ ਸਨ, ਤੇਰਾ ਪੁੱਤਰ ਬੜਾ ਵੱਡਾ ਇੱਕ ਮਹਾਂਪੁਰਖ ਹੈ, ਬੜੀ ਸ਼ਕਤੀ ਵਾਲਾ ਹੈ, ਪਰ ਅੱਜ ਤੇ ਤੂੰ ਵੀ ਮੈਨੂੰ ਮਖੌਲ ਕਰਨ ਲੱਗ ਪਈ ਹੈ। ਤੁਲਸਾ ਕਹਿਣ ਲੱਗੀ, ਮਾਤਾ ਜੀ ਮੈਂ ਸੱਚ ਆਖਦੀ ਹਾਂ। ਪਰ ਮਾਤਾ ਨੂੰ ਫਿਰ ਵੀ ਯਕੀਨ ਨਾ ਆਇਆ। ਅਖੀਰ ਮਾਤਾ ਆਪ ਉੱਠ ਕੇ ਗਈ, ਜਾ ਕੇ ਸਤਿਗੁਰੂ ਮਹਾਰਾਜ ਨੂੰ ਆਵਾਜ਼ ਦਿੱਤੀ, ਹੇ ਲਾਲ ਜੀ ਲੰਗਰ ਤਿਆਰ ਹੈ, ਗਰਮ ਗਰਮ ਛਕ ਲਵੋ। ਤੇ ਗੁਰੂ ਮਹਾਰਾਜ ਉੱਠ ਖਲੋਤੇ ਤੇ ਜਾ ਕੇ ਲੰਗਰ ਛਕਣ ਲੱਗ ਪਏ। ਉਧਰ ਦਾਸੀ ਐਸੀ ਪ੍ਰੇਮ ਦੇ ਵਿੱਚ ਬਾਬਰੀ ਹੋਈ, ਬਸ ਹੱਸੀ ਜਾਵੇ, ਇੰਨੀ ਖੁਸ਼, ਇੰਨੀ ਪ੍ਰਸੰਨ, ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਇਸ ਨੂੰ ਪ੍ਰਾਪਤ ਹੋ ਗਈ। ਤੇ ਸਤਿਗੁਰੂ ਕਹਿਣ ਲੱਗੇ, ਮਾਤਾ ਅੱਜ ਤੁਲਸਾ ਨੂੰ ਕੀ ਹੋ ਗਿਆ? ਮਾਤਾ ਪਹਿਲਾਂ ਹੀ ਸਮਾਂ ਭਾਲਦੀ ਸੀ। ਕਹਿੰਦੀ, ਮਹਾਰਾਜ ਅੱਗੇ ਤਾਂ ਹੋਰ ਲੋਕ ਮੈਨੂੰ ਮਜ਼ਾਕ ਕਰਦੇ ਸਨ, ਪਰ ਅੱਜ ਤੇ ਦਾਸੀ ਨੂੰ ਵੀ ਮਜ਼ਾਕ ਸੁਝਿਆ। ਮੈਂ ਤੁਹਾਨੂੰ ਉਠਾਉਣ ਲਈ ਭੇਜਿਆ। ਤੇ ਕਹਿਣ ਲੱਗੀ ਬਈ ਗੁਰੂ ਮਹਾਰਾਜ ਤੇ ਕਿਸੇ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਨੂੰ ਸਮਝ ਗਏ ਵੀ ਭਾਂਡਾ ਛੋਟਾ ਸੀ, ਵਸਤੂ ਜ਼ਿਆਦਾ ਪੈ ਗਈ, ਹੁਣ ਇਸ ਤੋਂ ਸੰਭਾਲੀ ਨਹੀਂ ਜਾਂਦੀ, ਭਾਂਡਾ ਉਛਲ ਰਿਹਾ ਹੈ। ਤੇ ਸਤਿਗੁਰੂ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ। ਕਹਿਣ ਲੱਗੇ, ਮਾਤਾ ਜੀ ਇਹ ਤੇ ਪਾਗਲ ਹੈ, ਇਹ ਤੇ ਝੱਲੀ ਹੈ, ਇਹਦੀ ਗੱਲ ਤੇ ਯਕੀਨ ਨਾ ਕਰਿਆ ਕਰੋ। ਜਦੋਂ ਇੰਨੀ ਗੱਲ ਆਖੀ ਤੇ ਉਹ ਤੇ ਸੱਚਮੁੱਚ ਹੀ ਵਿਚਾਰੀ ਪਾਗਲ ਹੋ ਗਈ, ਮਸਤਾਨੀ ਹੋ ਗਈ। ਪਰ ਉਹ ਦੁਨੀਆ ਦੇ ਪਾਗਲਾਂ ਵਰਗੀ ਪਾਗਲ ਨਹੀਂ ਸੀ। ਇਹ ਵੀ ਫਰਕ ਸਮਝਣ ਦੀ ਲੋੜ ਹੈ। ਪਾਗਲ ਦੋ ਕਿਸਮ ਦੇ ਹੁੰਦੇ ਨੇ। ਇੱਕ ਉਹ ਪਾਗਲ ਹੁੰਦੇ ਨੇ ਜਿਨ੍ਹਾਂ ਦਾ ਦਿਮਾਗੀ ਤਵਾਜ਼ਨ ਹੇਠਾਂ ਡਿੱਗ ਪੈਂਦਾ, ਇੱਕ ਸੰਤੁਲਨ ਉਹਨਾਂ ਦਾ ਵਿਗੜ ਜਾਂਦਾ ਹੈ, ਉਹਨਾਂ ਦੀ ਗੱਲ ਸਾਨੂੰ ਸਮਝ ਨਹੀਂ ਆਉਂਦੀ ਉਹ ਕੀ ਕਰ ਰਹੇ ਨੇ। ਪਰ ਦੂਸਰੇ ਪਾਸੇ ਜਿਹੜੇ ਨਾਮ ਦੀ ਕਮਾਈ ਵਾਲੇ ਮਹਾਂਪੁਰਖ ਹੁੰਦੇ ਨੇ, ਔਰ ਉਹਨਾਂ ਦੇ ਦਿਮਾਗ ਦੀ ਸੋਚ ਇੰਨੀ ਉੱਚੀ ਹੋ ਜਾਂਦੀ ਹੈ, ਅਸੀਂ ਉਹਨੂੰ ਸਮਝਣ ਤੋਂ ਅਸਮਰੱਥ ਹੋ ਜਾਂਦੇ ਹਾਂ। ਉਹ ਵੀ ਮਸਤਾਨਿਆਂ ਦੀ ਤਰ੍ਹਾਂ ਸੰਸਾਰ ਦੇ ਵਿੱਚ ਵਿਚਰਦੇ ਨੇ। ਔਰ ਉਹਨਾਂ ਦੇ ਬਾਰੇ ਸਤਿਗੁਰੂ ਦੀ ਬਾਣੀ ਨੇ ਲਿਖਿਆ ਹੈ, ਤਉ ਦੇਵਾਨਾ ਜਾਣੀਆਂ ਜਾਂ ਸਾਹਿਬ ਤਰੇ ਪਿਆਰ, ਮੰਦਾ ਜਾਣਾ ਆਪ ਕੋ ਅਵਰ ਭਲਾ ਸੰਸਾਰ। ਤਉ ਦੇਵਾਨਾ ਜਾਣੀਆਂ ਜਾਂ ਭੈ ਦੀਵਾਨਾ ਹੋਏ। ਅਸਲੀ ਦੀਵਾਨੇ, ਅਸਲੀ ਮਸਤਾਨਿਆਂ ਦੀ ਅਵਸਥਾ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੀ ਹੈ। ਜਿਨ੍ਹਾਂ ਨੂੰ ਨਾਮ ਦੀ ਰੰਗਨ ਚੜ੍ਹ ਜਾਂਦੀ ਹੈ, ਉਹ ਵੀ ਮਸਤੀ ਵਿੱਚ ਹੀ ਝੂਮਦੇ ਨੇ। ਹੁਣ ਇਸ ਦਾਸੀ ਨੂੰ ਗੁਰੂ ਮਹਾਰਾਜ ਨੇ ਐਸੀ ਨਾਮ ਦੀ ਰੰਗਨ ਚੜ੍ਹਾਈ ਤੇ ਔਰ ਇਹਦੀ ਸਰੀਰਕ ਸੁੱਧ ਬੁੱਧ ਇਸ ਨੂੰ ਭੁੱਲ ਗਈ, ਆਪਣੀ ਕਿਰਿਆ ਮਾੜੀ ਮੋਟੀ ਕਰਦੀ ਹੈ। ਪਰ ਜਦੋਂ ਅੰਧਾ ਸਮਾਂ ਆਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਦਾਸੀ ਨੂੰ ਵੀ ਸੱਚਖੰਡ ਦੇ ਵਿੱਚ ਥਾਂ ਦਿੱਤੀ। ਇਹ ਹੈ ਹੁਕਮ ਮੰਨਣ ਦੀ ਗੱਲ। ਮੰਨੈ ਸਗਲ ਭਵਨ ਕੀ ਸੁਧ। ਭਾਈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਪਿਆਰਿਆਂ ਦਾ ਸਤਿਕਾਰ ਕਰਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ, ਉਹਨੂੰ ਸਾਰੇ ਭਵਨਾਂ ਦੀ ਸੁੱਧ ਹੋ ਜਾਂਦੀ ਹੈ। 14 ਲੋਕਾਂ ਦਾ ਪਤਾ ਲੱਗ ਜਾਂਦਾ ਹੈ, ਲੱਖਾਂ ਪਾਤਾਲਾਂ ਤੇ ਆਕਾਸ਼ਾਂ ਦੀ ਸੋਝੀ ਹੋ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਾਈ ਹਰ ਗੁਰਸਿੱਖ ਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ। ਮੰਨੈ ਮੋਹ ਚੋਟਾ ਨਾ ਖਾਏ। ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦਾ ਹੁਕਮ ਮੰਨਦਾ ਹੈ ਤੇ ਨਾਮ ਦੀ ਕਮਾਈ ਕਰਦਾ ਹੈ, ਗੁਰੂ ਦਾ ਹੁਕਮ ਤੇ ਨਾਮ ਜਪਣਾ ਹੀ ਹੈ ਨਾ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਹਜ਼ੂਰ ਕਹਿੰਦੇ ਨੇ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਕਿਰਤ ਕਰਦਾ ਹੈ, ਨਾਮ ਜਪਦਾ ਹੈ, ਵੰਡ ਛਕਦਾ ਹੈ, ਮੋਹ ਚੋਟਾ ਨਾ ਖਾਏ। ਉਹ ਆਪਣੇ ਮੂੰਹ ਤੇ ਵਿਕਾਰਾਂ ਦੀਆਂ ਚੋਟਾਂ ਨਹੀਂ ਖਾਂਦਾ।
ਜਿਹੜਾ ਨਾਮ ਦੀ ਕਮਾਈ ਕਰਦਾ ਹੈ ਨਾ, ਉਹਦੇ ਉੱਤੇ ਐਸੀ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ, ਉਹਦੇ ਅੰਦਰ ਇੱਕ ਐਸੀ ਆਤਮਕ ਸ਼ਕਤੀ ਪੈਦਾ ਹੋ ਜਾਂਦੀ ਹੈ, ਉਹ ਇਹਨਾਂ ਵਿਕਾਰਾਂ ਨੂੰ ਵੀ ਫਤਿਹ ਕਰ ਲੈਂਦੇ। ਨਹੀਂ ਤੇ ਹੁਣ ਇਹ ਜਿਹੜੇ ਵਿਕਾਰ ਨੇ, ਇਹਨਾਂ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਇਹਨਾਂ ਦੀ ਸ਼ਕਤੀ ਏਡੀ ਮਹਾਨ ਹੈ, ਇਹਨਾਂ ਤੋਂ ਬਚਣਾ ਬਹੁਤ ਔਖੀ ਗੱਲ ਹੈ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਆਉਂਦਾ ਹੈ, ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ, ਤੁਮ ਕਹੀਆ ਤੋ ਜਗਤ ਗੁਰ ਸੁਆਮੀ, ਹਮ ਕਹੀਅਤ ਕਲਜੋ ਕੇ ਕਾਮੀ। ਅੱਗੇ ਚੱਲ ਕੇ ਭਗਤ ਜੀ ਲਿਖਦੇ ਨੇ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹੀ ਤੇ ਰਸਤੇ ਵਿੱਚ ਦੀਵਾਰਾਂ ਨੇ, ਇਹੀ ਤੇ ਪਹਾੜ ਨੇ ਸਾਡੇ ਸਾਹਮਣੇ ਖੜੇ, ਇਹੀ ਨਹੀਂ ਸਾਨੂੰ ਅੱਗੇ ਜਾਣ ਦਿੰਦੇ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਅੱਗੇ ਲਿਖਦੇ ਨੇ, ਜਦ ਦੇਖੋ ਤਾਂ ਦੁੱਖ ਕੀ ਰਾਸ਼ੀ, ਅਜੋ ਨਾ ਪਤਿਆਏ ਨਿਗਮ ਪੈ ਸਾਖੀ। ਔਰ ਇਹਨਾਂ ਨੇ ਕਿਸੇ ਨੂੰ ਵੀ ਛੱਡਿਆ ਨਹੀਂ। ਅੱਗੇ ਚੱਲ ਕੇ ਲਿਖਿਆ ਹੈ, ਗੌਤਮ ਨਾਰ ਉਮਾ ਪਤ ਸੁਆਮੀ, ਗੌਤਮ ਰਿਸ਼ੀ ਦੀ ਘਰ ਵਾਲੀ ਅਹਿਲਿਆ, ਉਹਨੂੰ ਵੀ ਇਹਨਾਂ ਵਿਕਾਰਾਂ ਨੇ ਸਤਾਇਆ। ਗੌਤਮ ਨਾਰ ਉਮਾਪਤ ਸੁਆਮੀ, ਉਮਾਪਤ ਸ਼ਿਵ ਜੀ ਦਾ ਪਤੀ, ਪਾਰਬਤੀ ਦਾ ਪਤੀ ਸ਼ਿਵ ਜੀ, ਉਹਨੂੰ ਵੀ ਇਸ ਨੇ ਤੰਗ ਕੀਤਾ। ਤੇ ਸੁਆਮੀ ਤੋਂ ਮੁਰਾਦ ਹੈ ਵਿਸ਼ਨੂੰ ਦੇਵਤੇ ਦੀ, ਔਰ ਇਹਨੂੰ ਵੀ ਇਹਨਾਂ ਵਿਕਾਰਾਂ ਨੇ ਖੁਆਰ ਕੀਤਾ, ਕਿਉਂਕਿ ਇਹ ਵੀ ਸਾਰੇ ਮਾਇਆ ਦੇ ਅਧੀਨ ਨੇ ਨਾ। ਸਰਪਣੀ ਤੇ ਉਪਰਨੀ ਬਲੀਆ, ਜਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਦੇਵਤੇ ਵੀ ਵਿਕਾਰਾਂ ਨੇ ਸਤਾਏ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਤਾਰਨ ਸਹਿਸ ਭਾਗਾਮੀ। ਸੀਸ ਤਾਰਨ ਤੋਂ ਮੁਰਾਦ ਹੈ ਬ੍ਰਹਮਾ ਦੀ, ਤੇ ਸਹਿਸ ਭਾਗਾਮੀ ਇੰਦਰ ਦਾ ਨਾਮ ਹੈ। ਔਰ ਇਹਨਾਂ ਸਾਰਿਆਂ ਨੂੰ ਹੀ ਇਹਨਾਂ ਵਿਕਾਰਾਂ ਨੇ ਤੰਗ ਕੀਤਾ ਹੋਇਆ। ਇਹਨਾਂ ਨੂੰ ਜਿੱਤਣਾ ਬਹੁਤ ਔਖੀ ਗੱਲ ਹੈ। ਇਸੇ ਲਈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਕਿਉਂਕਿ ਗੁਰੂ ਵਿੱਚ ਇਹ ਸ਼ਕਤੀ ਹੈ। ਭੱਟਾਂ ਨੇ ਇਸੇ ਲਈ ਆਖਿਆ ਹੈ ਨਾ ਵੀ ਗੁਰੂ ਮਹਾਰਾਜ ਦੇ ਵਿੱਚ ਇਹ ਸ਼ਕਤੀ ਹੈ, ਅਮੇ ਦ੍ਰਿਸ਼ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਇਹ ਵਿਕਾਰ ਸਤਿਗੁਰੂ ਦੀ ਕਿਰਪਾ ਨਾਲ ਵਸ ਹੁੰਦੇ ਨੇ। ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਹਜ਼ੂਰ ਕਹਿੰਦੇ ਮੰਨੈ ਮੋਹ ਚੋਟਾ ਨਾ ਖਾਏ। ਉਹ ਆਪਣੇ ਮੂੰਹ ਤੇ ਵਿਕਾਰਾਂ ਦੀਆਂ ਚੋਟਾਂ ਨਹੀਂ ਖਾਂਦਾ। ਨਹੀਂ, ਵਿਕਾਰ ਕਿਸੇ ਨੂੰ ਨਹੀਂ ਛੱਡਦੇ, ਕਿਸੇ ਨੂੰ ਨਹੀਂ ਮਾਫ ਕਰਦੇ। ਪਰ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਤੇ ਗੁਰੂ ਦੇ ਨਾਮ ਦੀ ਕਮਾਈ ਕਰਦਾ ਹੈ, ਗੁਰੂ ਦੇ ਬਖਸ਼ੇ ਬਚਨਾਂ ਤੇ ਪਹਿਰਾ ਦਿੰਦਾ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਿਖਾਣਾ, ਉਹਦੇ ਮੂੰਹ ਤੇ ਇਹ ਵਿਕਾਰ ਵੀ ਚੋਟਾ ਨਹੀਂ ਮਾਰ ਸਕਦੇ। ਮੰਨੈ ਜਮ ਕੈ ਸਾਥ ਨਾ ਜਾਏ। ਲੋ, ਹੋਰ ਮੰਨਣ ਦਾ ਹੁਕਮ ਇਹ ਹੈ, ਜਿਹੜਾ ਗੁਰੂ ਦਾ ਹੁਕਮ ਮੰਨਦਾ ਤੇ ਨਾਮ ਦੀ ਕਮਾਈ ਕਰਦਾ ਹੈ, ਹਜ਼ੂਰ ਕਹਿੰਦੇ ਉਹ ਕਦੇ ਜਮਾਂ ਦੇ ਨਾਲ ਵੀ ਅੱਗੇ ਪ੍ਰਲੋਕ ਵਿੱਚ ਨਹੀਂ ਜਾਂਦਾ। ਇਹਦਾ ਮਤਲਬ ਇਹ ਹੈ, ਜਿਹੜੇ ਪਾਪੀ ਲੋਕ ਨੇ ਉਹਨਾਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਨੇ, ਪਰ ਜਿਹੜਾ ਨਾਮ ਦੀ ਕਮਾਈ ਕਰਦਾ ਉਹਦੇ ਬਾਰੇ ਸਤਿਗੁਰੂ ਨੇ ਲਿਖਿਆ ਹੈ, ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰਾਖੈ ਦੇ ਕਰ ਹਾਥ। ਉਹ ਰਸਤਾ ਜਮਾਂ ਦਾ ਗੁਰਮੁਖਾਂ ਤੋਂ ਦੂਰ ਰਹਿ ਜਾਂਦਾ ਹੈ। ਗੁਰਮੁਖ ਹੋਰ ਵੱਖਰੇ ਰਸਤੇ ਜਾਂਦੇ ਨੇ। ਇੱਕ ਕੀਟੀ ਮਾਰਗ ਹੈ, ਦੂਸਰਾ ਬਿਹੰਗਮ ਮਾਰਗ ਹੈ। ਕੀਟੀ ਮਾਰਗ ਤੋਂ ਮੁਰਾਦ ਹੈ ਕੀੜੀ ਮਾਰਗ ਦੀ, ਜਿਹੜਾ ਕਰਮਕਾਂਡ ਦਾ ਰਸਤਾ ਹੈ, ਇਹ ਕੀਟੀ ਮਾਰਗ ਹੈ। ਹੁਣ ਕੀੜੀ ਨੇ ਕਿਸੇ ਬਿਰਛ ਦੀ ਟੀਸੀ ਤੇ ਫੜ ਲੱਗਿਆ ਹੋਇਆ, ਉੱਥੇ ਤੱਕ ਪਹੁੰਚਣਾ ਹੋਵੇ, ਉਹ ਰੀਂਗ ਰੀਂਗ ਕੇ ਜਾਵੇਗੀ ਤੇ ਕਈ ਵਾਰੀ ਰਸਤਾ ਵੀ ਭੁੱਲ ਜਾਵੇਗੀ, ਕਿਤੇ ਡਿੱਗੇਗੀ, ਕਿਤੇ ਚੜ੍ਹੇਗੀ, ਕਿਤੇ ਤੁਰੇਗੀ, ਕਿਤੇ ਖੜੇਗੀ। ਇਹ ਹਾਲਤ ਕਰਮਕਾਂਡੀਆਂ ਦੀ ਹੁੰਦੀ ਹੈ। ਪਰ ਜਿਹੜੇ ਨਾਮ ਦੇ ਅਭਿਆਸੀ ਗੁਰਸਿੱਖ ਨੇ, ਉਹਨਾਂ ਦਾ ਮਾਰਗ ਬਿਹੰਗਮ ਮਾਰਗ ਹੁੰਦਾ ਹੈ। ਜਿਵੇਂ ਹੁਣ ਆਪਾਂ ਇੰਡੀਆ ਤੋਂ ਅਮਰੀਕਾ ਪੈਦਲ ਚੱਲ ਕੇ ਆਉਣਾ ਹੋਵੇ, ਰਸਤੇ ਵਿੱਚ ਪਹਾੜ ਵੀ ਨੇ, ਸਮੁੰਦਰ ਵੀ ਨੇ, ਕਿੰਨਾ ਔਖਾ ਹੈ। ਤੇ ਜਦੋਂ ਹਵਾਈ ਜਹਾਜ਼ ਤੇ ਬੈਠ ਜਾਂਦੇ ਆ ਤੇ ਫਿਰ ਬੜੀ ਛੇਤੀ, ਬੜੀ ਆਸਾਨੀ ਨਾਲ, ਬੜੀਆਂ ਸਹੂਲਤਾਂ ਦੇ ਨਾਲ ਅਸੀਂ ਇੱਥੇ ਪਹੁੰਚ ਜਾਂਦੇ ਹਾਂ। ਇਹ ਜਿਹੜਾ ਗੁਰਸਿੱਖੀ ਦਾ ਮਾਰਗ ਹੈ, ਗੁਰਮੁਖ ਗਾਡੀ ਰਾਹ ਚਲਾਇਆ, ਇਹ ਬਿਹੰਗਮ ਮਾਰਗ ਹੈ। ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਉਹ ਸਿੱਧਾ ਹੀ ਸੱਚਖੰਡ ਦੇ ਵਿੱਚ ਚਲਿਆ ਜਾਂਦਾ ਹੈ। ਮੰਨੈ ਜਮ ਕੇ ਸਾਥ ਨਾ ਜਾਏ। ਜਿਹੜਾ ਨਾਮ ਦੀ ਕਮਾਈ ਕਰਦਾ, ਉਹ ਕਦੇ ਵੀ ਜਮਾਂ ਦੇ ਨਾਲ ਪ੍ਰਲੋਕ ਦੇ ਰਸਤੇ ਨਹੀਂ ਜਾਂਦਾ, ਬਲਕਿ ਉਹ ਆਪਣੀ ਸ਼ਕਤੀ ਨਾਲ, ਨਾਮ ਦੀ ਸ਼ਕਤੀ ਨਾਲ, ਉਹ ਸਿੱਧਾ ਸੱਚਖੰਡ ਦੇ ਵਿੱਚ ਚਲਿਆ ਜਾਂਦਾ ਹੈ।
ਐਸਾ ਨਾਮ ਨਿਰੰਜਨ ਹੋਏ। ਪੜ੍ਹਦੇ ਹੋ। ਜੇ ਕੋ ਮਨ ਜਾਣੇ ਮਨ ਕੋ। ਇਸ ਪੰਕਤੀ ਦੇ ਅਰਥ ਅਨਵੇਂ ਕਰਕੇ ਲੱਗਦੇ ਹਨ। ਹਜ਼ੂਰ ਕਹਿੰਦੇ ਵੀ ਐਸਾ ਹੈ ਨਾਮ ਵਾਹਿਗੁਰੂ ਦਾ ਜਿਸ ਦੀ ਮਹਿਮਾ ਕਥਨ ਤੋਂ ਬਾਹਰ ਹੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਪਏ ਰਾਮ ਕਹਿਤ ਹੀ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰ ਗਤ ਪਾਈਏ। ਨਾਮ ਦੀ ਮਹਿਮਾ ਸਤਿਗੁਰੂ ਨੇ ਲਿਖੀ ਹੈ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ। ਹਜ਼ੂਰ ਕਹਿੰਦੇ ਐਸਾ ਹੈ ਵਾਹਿਗੁਰੂ ਦਾ ਨਾਮ, ਪਰ ਨਾਲ ਹੀ ਕਹਿੰਦੇ ਨੇ ਨਿਰੰਜਨ ਹੋਏ। ਉਹ ਨਿਰੰਜਨ ਦਾ ਰੂਪ ਹੋ ਜਾਂਦਾ ਹੈ। ਕਿਹੜਾ? ਜੇ ਕੋ ਮਾਨੇ ਜਾਣੈ ਮਨ ਕੋਏ, ਜਿਹੜਾ ਆਪਣੇ ਮਨ ਦੇ ਵਿੱਚ ਨਾਮ ਦੀ ਕਮਾਈ ਕਰਨਾ ਜਾਣੇ। ਭਾਵ ਜਿਸ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਇਸ ਢੰਗ ਦੇ ਨਾਲ ਨਾਮ ਜਪਣਾ ਹੈ। ਪਹਿਲਾਂ ਰਸਨਾ ਤੋਂ ਜਪਣਾ ਹੈ, ਬੈਖਰੀ ਬਾਣੀ ਦੁਆਰਾ ਵਾਹਿਗੁਰੂ 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 ਦਾ ਜਾਪ ਕਰਨਾ ਹੈ। ਫਿਰ ਮਧਮਾ ਬਾਣੀ ਦੁਆਰਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ। ਜਪ ਤੇ ਜਾਪ ਇਹ ਦੋ ਸਾਡੀਆਂ ਬਾਣੀਆਂ ਨੇ। ਜਪ ਦਾ ਅਰਥ ਮਹਾਂਪੁਰਖ ਇਹ ਕਰਦੇ ਸਨ ਵੀ ਜਿਹੜਾ ਰਸਨਾ ਤੋਂ ਜਪਿਆ ਜਾਵੇ। ਜਾਪ ਉਹ ਜਿਹੜਾ ਲਗਾਤਾਰ ਅਸੀਂ ਜਪਣਾ ਸ਼ੁਰੂ ਕਰ ਦਿੰਦੇ ਹਾਂ। ਉਹ ਮਧਮਾ ਬਾਣੀ ਦੁਆਰਾ ਜਿਹੜਾ ਅਸੀਂ ਲਗਾਤਾਰ ਜਾਪ ਕਰਦੇ ਹਾਂ ਉਸ ਨੂੰ ਜਾਪ ਕਹਿੰਦੇ ਨੇ। ਜਪ ਤੇ ਜਾਪ ਹਜ਼ੂਰ ਕਹਿੰਦੇ ਨੇ ਇਹ ਬਾਣੀ ਜਪ ਹੈ। ਤੇ ਜਾਪ ਕਲਗੀਧਰ ਪਾਤਸ਼ਾਹ ਦੀ ਬਾਣੀ ਲਗਾਤਾਰ ਵਾਹਿਗੁਰੂ ਦਾ ਨਾਮ ਜਪੀ ਜਾਣਾ, ਇਹਨੂੰ ਜਾਪ ਕਹਿੰਦੇ ਨੇ। ਜੇ ਕੋ ਮਨ ਜਾਣੈ ਮਨ ਕੋਏ। ਫਿਰ ਅੱਗੇ ਤੀਸਰੇ ਨੰਬਰ ਤੇ ਪਸੰਤੀ ਬਾਣੀ ਹੈ, ਉਹਦਾ ਹਿਰਦੇ ਵਿੱਚ ਵਾਸਾ ਹੈ। ਗੁਰਮੁਖ ਫਿਰ ਹੌਲੀ ਹੌਲੀ ਹਿਰਦੇ ਵਿੱਚ ਨਾਮ ਨੂੰ ਲੈ ਜਾਂਦੇ ਨੇ। ਪਹਿਲਾਂ ਰਸਨਾ, ਫਿਰ ਮਧਮਾ ਬਾਣੀ ਕੰਠ ਵਿੱਚ, ਫਿਰ ਉਹਨੂੰ ਹਿਰਦੇ ਵਿੱਚ ਲੈ ਜਾਂਦੇ ਨੇ। ਤੇ ਜਦੋਂ ਹਿਰਦੇ ਵਿੱਚ ਨਾਮ ਚਲਿਆ ਜਾਂਦਾ ਹੈ ਤੇ ਉਸ ਤੋਂ ਅੱਗੇ ਇੱਕ ਹੋਰ ਡੂੰਘਾ ਅਸਥਾਨ ਹੈ ਪਰਾ ਬਾਣੀ ਦਾ, ਜੋ ਨਾਭੀ ਦੇ ਹੇਠਾਂ ਮੰਨਿਆ ਹੋਇਆ ਹੈ। ਤੇ ਜਦੋਂ ਪਰਾ ਬਾਣੀ ਦੇ ਵਿੱਚ ਨਾਮ ਚਲਿਆ ਜਾਂਦਾ ਹੈ ਤੇ ਫਿਰ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਜਾਪ ਸੋ ਅਜਪਾ ਜਪੈ, ਜੇ ਕੋ ਮਨ ਜਾਣੈ ਮਨ ਕੋਏ। ਰਸਨਾ ਤੋਂ ਨਾਮ ਜਪਣਾ ਸ਼ੁਰੂ ਕਰਨਾ ਹੈ, ਫਿਰ ਮਧਮਾ ਬਾਣੀ ਦੁਆਰਾ ਕੰਠ ਵਿੱਚ ਜਾਪ ਕਰਨਾ ਹੈ, ਲਗਾਤਾਰੀ ਜਾਪ ਕਰਨਾ ਹੈ। ਤੇ ਫਿਰ ਅੱਗੇ ਹਿਰਦੇ ਵਿੱਚ ਉਸ ਦਾ ਚਿੰਤਨ ਕਰਨਾ ਹੈ। ਤੇ ਪਰਾ ਬਾਣੀ ਵਿੱਚ ਜਦੋਂ ਨਾਮ ਚਲਿਆ ਜਾਂਦਾ ਹੈ ਫਿਰ ਉਹ ਕਦੀ ਵੀ ਵਿਸਰਦਾ ਨਹੀਂ। ਚਾਹੇ ਸੁੱਤੇ ਹੋਈਏ ਜਾਗਦੇ ਹੋਈਏ, ਊਠਤ ਬੈਠਤ ਸੋਵਤ ਨਾਮ, ਉਦੋਂ ਅਵਸਥਾ ਜਾ ਕੇ ਬਣਦੀ ਹੈ ਜਦੋਂ ਪਰਾ ਬਾਣੀ ਦੇ ਵਿੱਚ ਉਹ ਨਾਮ ਚਲਿਆ ਜਾਂਦਾ ਹੈ। ਉਹਦਾ ਸੰਬੰਧ ਸਵਾਸਾਂ ਦੇ ਨਾਲ ਹੁੰਦਾ ਹੈ, ਦਿਲ ਦੀ ਧੜਕਣ ਦੇ ਨਾਲ ਹੋ ਜਾਂਦਾ ਹੈ। ਕਿਉਂਕਿ ਆਪਾਂ ਚਾਹੇ ਸੁੱਤੇ ਹਾਂ ਜਾਗਦੇ ਹਾਂ, ਸਵਾਸ ਵੀ ਹਮੇਸ਼ਾ ਲਗਾਤਾਰ ਚੱਲਦੇ ਨੇ ਤੇ ਦਿਲ ਦੀ ਧੜਕਣ ਵੀ ਹਮੇਸ਼ਾ ਲਈ ਆਪਣੀ ਸਪੀਡ ਦੇ ਨਾਲ ਧੜਕਦੀ ਹੈ। ਜਦੋਂ ਨਾਮ ਉੱਥੇ ਚਲਿਆ ਜਾਂਦਾ ਹੈ ਤੇ ਫਿਰ ਉਹ ਕਦੀ ਵਿਸਰਦਾ ਨਹੀਂ। ਪਰ ਕੋਈ ਇਸ ਗੱਲ ਨੂੰ ਮਨ ਵਿੱਚ ਜਾਣੇ ਤਾਂ ਸਹੀ ਨਾ, ਤੇ ਫਿਰ ਹੀ ਉਹਨੂੰ ਨਾਮ ਦੀ ਮਹਿਮਾ ਦਾ ਪਤਾ ਲੱਗ ਸਕਦਾ ਹੈ। ਤੇ ਜਿਹਨੇ ਕਦੇ ਰਸਨਾ ਤੋਂ ਵੀ ਨਾਮ ਨਹੀਂ ਜਪਿਆ ਤੇ ਨਾਮ ਦੀਆਂ ਅਵਸਥਾਵਾਂ ਦੇ ਵਿੱਚੋਂ ਦੀ ਨਹੀਂ ਲੰਘਿਆ, ਉਹਨੂੰ ਇਸ ਬਾਰੇ ਕੀ ਪਤਾ ਲੱਗ ਸਕਦਾ। ਜੇ ਹੁਣ ਕੋਈ ਇੱਥੇ ਬੈਠ ਕੇ ਬਈ ਕੋਈ ਸੁਪਨੇ ਲਈ ਜਾਵੇ ਬਈ ਅੰਮ੍ਰਿਤਸਰ ਸਾਹਿਬ ਕਿਹੋ ਜਿਹਾ ਹੋਵੇਗਾ, ਹੇਮਕੁੰਟ ਸਾਹਿਬ ਕਿਹੋ ਜਿਹਾ ਹੋਵੇਗਾ, ਉਹਨੂੰ ਕੁਛ ਨਹੀਂ ਪਤਾ ਲੱਗ ਸਕਦਾ। ਜਿਹੜਾ ਜਾਵੇਗਾ, ਮਿਹਨਤ ਕਰੇਗਾ, ਉਹਨੂੰ ਜਾ ਕੇ ਉਸ ਗੱਲ ਦਾ ਗਿਆਨ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਆਪਣੇ ਮਨ ਵਿੱਚ ਮੰਨਣ ਕਰਨਾ ਜਾਣੇ, ਉਹਨੂੰ ਹੀ ਇਸ ਨਾਮ ਦੀ ਮਹਿਮਾ ਦਾ ਪਤਾ ਲੱਗਦਾ ਹੈ ਵੀ ਜਿਹੜਾ ਨਾਮ ਜਪਦਾ ਹੈ, ਜਪਦਿਆਂ ਜਪਦਿਆਂ ਫਿਰ ਉਹ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਇਹ ਨਾਮ ਦੀ ਅਸਲੀ ਮੰਜ਼ਿਲ ਹੈ, ਵਾਹਿਗੁਰੂ ਦਾ ਰੂਪ ਹੋ ਜਾਣਾ। ਪਰ ਇਸ ਗੱਲ ਦਾ ਉਹਨੂੰ ਪਤਾ ਲੱਗਦਾ ਜਿਹੜਾ ਆਪਣੇ ਮਨ ਦੇ ਵਿੱਚ ਨਾਮ ਦੀ ਕਮਾਈ ਕਰਨ ਨੂੰ ਜਾਣਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।